पेंटिंग सारे कहने जान पई क्योंकि असी जान लगाई है। मैं क्या दीपिका पादुकोण दी क्यों बनवा रहे ने, मैंने कोई गुरु साहब जी दी कहंदे ते मैं सब ऑर्डर छड़ के मतलब गुरु दी बनानी सी। मेरी सिस्टर लुधियाने हुंदे ने, छोटे ने 10 साल, तो उन्हों का फोन आ गया तो गल्लां गल्लां च कहंदे दीदी तुसीं बड़े मूड ऑफ जिहा लग रहा तुहाडा। मैं कि मैं उन्होंने मना करता सी, कहंदी दीदी गल कवां तेन रात जाग लांगे आपां इकट्ठे मिल के तैयार खड़ांगे, मैं तुहाडे बैग ते खड़ी हाँ, जिन्ना तुहाडे कोल हो जाएगा ठीक है, सब मिल के बनावांगे। ਉਹਦੀ ਗੱਲ ਸੀ ਤੇ ਮੈਨੂੰ ਹੌਸਲਾ ਆਇਆ ਤੇ ਨਾਲ ਹੀ ਉਹਨਾਂ ਨੇ ਵਾਪਸੀ ਕਾਲ ਕੀਤੀ। ਮੈਂ ਕਿਹਾ ਹਾਂਜੀ ਦੱਸੋ ਤੁਸੀਂ, ਮੈਂ ਜਲਦਬਾਜ਼ੀ ਤੁਹਾਨੂੰ ਨਾ ਕਰਤਾ, ਮੈਂ ਸੋਚਿਆ ਤੇ ਮੈਨੂੰ ਡਿਟੇਲਸ ਦਿਓ। ਫਿਰ ਗੱਲਾਂ ਗੱਲਾਂ 'ਚ ਉਹਨੂੰ ਪਤਾ ਲੱਗਿਆ ਉਹਨਾਂ ਦਾ ਭਰਾ ਹੁੰਦੇ ਅਮਰੀਕਾ ਲਾਸ ਐਂਜਲਸ, ਉਹਨਾਂ ਨੇ ਇੰਡੀਅਨ ਰੈਸਟੋਰੈਂਟ ਖੋਲ੍ਹਣਾ ਹੈ ਦੀਵਾਨੀ ਮਸਤਾਨੀ, ਤੇ ਉਹਦੇ ਬਾਹਰ ਉਹਨਾਂ ਨੇ ਲਗਾਉਣੀ ਹੈ ਤੇ 1 ਜੂਨ ਨੂੰ ਉਹਦੀ ਓਪਨਿੰਗ ਹੈ। ਇਹ ਫਿਰ ਮੇਰੇ ਤੇ ਮੇਰੀ ਭੈਣ ਦਾ ਦਿਮਾਗ ਚੱਲਿਆ, ਕਹਿੰਦੇ ਚੱਲ ਆ ਜੂਲਰ 'ਤੇ ਚੱਲੀਏ। ਇੱਕ ਤਾਂ ਨੋਰਮਲ ਸਟੇਸ਼ਨਰੀ ਕੋਲ ਮਿਲਦਾ, ਉਹ ਨਹੀਂ, ਕਹਿੰਦੇ ਆਪਾਂ ਉੱਥੇ ਜੂਲਰ ਜਾ ਕੇ ਪਤਾ ਕਰਦੇ ਹਾਂ। ਅਤੇ ਉਹੀ ਗੋਲਡ ਪੱਥਰ ਆਉਂਦਾ, ਬਿਲਕੁਲ ਪੱਥਰਾ, ਤਾਂ ਕਿ ਉਹਨੂੰ ਪੱਖਾ ਬੰਦ ਕਰ ਤਾਂ ਹੀ ਉਸਨੂੰ ਚੁੱਕ ਸਕਦੇ ਹਾਂ, ਹੱਥ ਨਾਲ ਚੁੱਕ ਜਾਂਦਾ। ਉਹ ਵੀ ਬਹੁਤ ਵੱਡਾ ਇੱਕ ਚੈਲੰਜ ਸੀ, ਮੇਰੇ ਤਾਂ ਹੱਥ ਕੰਬ ਰਹੇ ਸੀ। ਫਿਰ ਮੇਰੀ ਸਿਸਟਰ ਨੇ ਉਹ ਕੀਤੀ, ਹੈਲਪ ਕੀਤੀ, ਅਤੇ ਫਿਰ ਅਸੀਂ ਉਹਨੂੰ ਬਿਲਕੁਲ ਬਰੀਕ ਮੀਨਾਕਾਰੀ, ਵੀ ਗਲੂ ਸਪੈਸ਼ਲ ਆਉਂਦੀ ਸੀ ਚਿਪਕਾਰੀ ਹੁੰਦੀ। ਫਿਰ ਉਹਨੇ ਮੈਨੂੰ ਬੁਲਾਇਆ, ਫਿਰ ਅਸੀਂ ਇਕੱਠੇ ਮਿਲ ਕੇ ਜੂਲਰੀ ਮੀਨਾਕਾਰੀ ਜਿਹੜੀ ਗੋਲਡ ਦੇ ਪੱਥਰਾਂ ਇਕੱਠੇ ਮਿਲ ਕੇ ਅਸੀਂ ਰਲ ਕੇ ਕੀਤੀ। 20 ਦਿਨਾਂ ਦੇ ਵਿੱਚ ਬਣਾਈ ਹੈ। ਮੈਨੂੰ ਤਾਂ ਵੇਖ ਕੇ ਲੱਗਿਆ ਸੀ ਕਿ ਇਹਨੂੰ ਕਈ ਮਹੀਨੇ ਲੱਗੇ ਹੋਣਗੇ। 20 ਦਿਨਾਂ, ਕਈ ਰਾਤਾਂ, ਕਈ ਘੰਟੇ। ਜੇ ਮੈਨੂੰ ਕੋਈ ਪੁੱਛੇ ਨਾ ਦਿਨ 'ਚ ਕਿੰਨੇ ਘੰਟੇ, ਐਜ਼ ਐਨ ਆਰਟਿਸਟ ਮੈਨੂੰ ਨਹੀਂ ਹਿਸਾਬ ਰਹਿੰਦਾ ਸੀ ਕਿੰਨੇ ਘੰਟੇ ਨੇ ਦਿਨ ਨੇ, ਕਿ ਰਾਤ ਤੇ ਕਿ ਸ਼ਾਮ में। ਮੈਨੂੰ ਕੋਈ ਪੁੱਛੇ ਕਿੰਨੇ ਘੰਟੇ ਲੱਗੇ, ਮੈਂ ਜੇ ਦੁਪਹਿਰੀ ਸ਼ੁਰੂ ਹੁੰਦੀ ਸੀ, ਅੱਧੀ ਰਾਤ ਖਤਮ ਹੁੰਦੀ ਸੀ, ਮਤਲਬ ਮੈਂ ਘੰਟੇ ਦਾ ਰੱਖਿਆ ਹੀ ਨਹੀਂ, ਵੇਰਵਾ ਹੀ ਨਹੀਂ ਰੱਖਿਆ ਸੀ। ਉਹਨਾਂ ਨੂੰ ਮੈਂ ਸੋਚਿਆ ਪਹਿਲਾਂ ਫੋਟੋਗ੍ਰਾਫ ਭੇਜਦੀ ਹਾਂ, तो मैं क्या नहीं फोटोग्राफ नहीं भेजनी, इन्नी मेहनत फोटो च नहीं समाएगी। तो फिर उन्होंने मैं घर बुलाया शामी 4 ते शामी 6 बजे, तो एकदम तो शौक हो गए। फिर उन्होंने अपने भरा अमेरिका कॉल लगाई, वीडियो कॉल, वो भी बहुत हैरान होए, औसम, अभी बहुत एप्रीशिएट किया। उन्होंने कहते वाकई रियल लग रही है, तो उदों सब मेहनत लगता कि हाँ मेहनत का फल मिल गया। तो फिर उन्होंने ऑफर भी की कि साडा होर राजस्थान रेस्टोरेंट बनेगा, तो वो वास्ते तुहानूं होर देवांगे। तो उपरों इनू अमेरिका जानी है, तेनू बिल्कुल हाइपर रियलिस्टिक शो करनी, ਇਹ ਬਹੁਤ ਵੱਡਾ ਚੈਲੰਜ ਸੀ ਮੇਰੇ ਵਾਸਤੇ। ਮੈਨੂੰ ਲੱਗਦਾ ਵੀ ਜਿੰਨੀ ਤੁਹਾਡੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ, ਇਹ ਪੱਕੀ ਗੱਲ ਹੈ ਕਿ ਦੀਪਿਕਾ ਤੱਕ ਵੀ ਪਹੁੰਚੀ ਹੋਊਗੀ ਤੇ ਜਾਂ ਪਹੁੰਚ ਜਾਊਗੀ ਥੋੜੇ ਦਿਨਾਂ ਤੱਕ। ਇੱਕ ਸਕੂਨ ਤਾਂ ਜ਼ਰੂਰ ਇੱਕ ਕਲਾਕਾਰ ਨੂੰ ਆਉਂਦਾ ਹੋਊਗਾ। ਜਦੋਂ ਮੈਂ ਪੇਂਟਿੰਗ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਤੇ ਲੋਕੀ ਕਹਿੰਦੇ ਕਿ ਅਸੀਂ ਦੇਖਣਾ ਚਾਹੁੰਦੇ ਹਾਂ, ਤੇ ਫਿਰ ਇੱਥੇ 2 ਘੰਟੇ 3 ਘੰਟੇ ਮੈਂ ਰੈਸਟੋਰੈਂਟ ਵਿੱਚ ਲਗਾਈ ਇਹਦੀ ਐਗਜ਼ੀਬਿਸ਼ਨ, ਤਾਂ ਕਿ ਲੋਕ ਆ ਕੇ ਦੇਖ ਲੈਣ, ਹੱਥ ਲਗਾ ਕੇ ਦੇਖ ਲੈਣ। ਤੇ ਸਾਰੇ ਆਏ ਨਾਲ, ਬਹੁਤ ਲੋਕ ਇਕੱਠੇ ਹੋ ਗਏ, ਪਿਕਚਰਸ ਖਿਚਾਈਆਂ, ਤੇ ਉਦੋਂ ਹੀ ਤਸੱਲੀ ਮਿਲ ਗਈ। ਮੈਂ ਕਿ ਨਹੀਂ, ਇਹ ਜਿੱਥੇ ਭੇਜਾਂਗੇ ਤਾਂ ਜ਼ਰੂਰ ਮਿਲੇਗੀ ਐਪਰੀਸੀਏਸ਼ਨ। ਜਦੋਂ ਕਲਾਕਾਰ ਕੋਈ ਵੀ ਚੀਜ਼ ਨੂੰ ਘੜਦਾ ਹੈ ਤਾਂ ਉਹ ਆਪਣੀਆਂ ਸਾਰੀਆਂ ਹੱਦਾਂ ਅਤੇ ਆਪਣਾ ਪੂਰਾ ਜ਼ੋਰ ਲਗਾ ਕੇ ਉਸ ਨੂੰ ਮਕਬੂਲ ਕਰਦਾ ਹੈ। ਇਸੇ ਤਰੀਕੇ ਦੀ ਹੀ ਇੱਕ ਕਲਾਕਾਰ ਦੇ ਵੱਲੋਂ ਤਸਵੀਰ ਬਣਾਈ ਗਈ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ। ਇਹ ਤਸਵੀਰ ਅਮਰੀਕਾ ਦੇ ਇੱਕ ਰੈਸਟੋਰੈਂਟ ਦਾ ਸ਼ਿੰਗਾਰ ਬਣੇਗੀ। ਇਹ ਤਸਵੀਰ ਬਹੁਤ ਖਾਸ ਹੈ ਕਿਉਂਕਿ ਇਸ ਦੇ ਵਿੱਚ ਰੰਗਾਂ ਦੇ ਨਾਲ ਸੋਨੇ ਦੇ ਨਾਲ ਵੀ ਮੀਨਾਕਾਰੀ ਕੀਤੀ ਗਈ ਹੈ। ਇਹ ਤਸਵੀਰ ਕੁਝ ਦਿਨਾਂ ਬਾਅਦ ਤੁਸੀਂ ਅਮਰੀਕਾ ਦੇ ਵੱਡੇ ਰੈਸਟੋਰੈਂਟ ਵਿੱਚ ਦੇਖਣ ਨੂੰ ਮਿਲੂਗੀ ਤੁਹਾਨੂੰ। ਇਹ ਜਿਨ੍ਹਾਂ ਨੇ ਬਣਾਈ ਹੈ ਕਿਮੀ ਜੁਨੇਜਾ ਮੇਰੇ ਨਾਲ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਪੇਂਟਿੰਗ ਬਣਾਈ, ਕਿਸ ਤਰੀਕੇ ਦੇ ਨਾਲ ਮੀਨਾਕਾਰੀ ਕੀਤੀ। ਇਹ ਤਸਵੀਰ ਜਦੋਂ ਤੁਸੀਂ ਦੇਖਦੇ ਹੋ ਤਾਂ ਐਂ ਲੱਗਦਾ ਹੈ ਕਿ ਤਸਵੀਰ ਜਾਂ ਤਾਂ ਖਿੱਚੀ ਹੋਵੇ ਕਿਸੇ ਕੈਮਰੇ ਦੇ ਨਾਲ, ਤੇ ਜਾਂ ਐਂ ਲੱਗਦਾ ਹੈ ਕਿ ਤਸਵੀਰ ਹੁਣੇ ਇਹ ਬੋਲ ਪਵੇਗੀ। ਐਡੀ ਸ਼ਾਨਦਾਰ ਤਸਵੀਰ ਬਣਾਈ ਹੈ ਕਿਮੀ ਜੁਨੇਜਾ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਮੈਮ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤਸਵੀਰ ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਹ ਤਸਵੀਰ ਤੁਹਾਨੂੰ ਕਿਸੇ ਨੇ ਕਿਹਾ ਸੀਗਾ ਬਣਾਉਣ ਲਈ ਕਿ ਜਾਂ ਤੁਸੀਂ ਆਪਣੇ ਵੱਲੋਂ ਗਿਫਟ ਕੀਤੀ ਹੈ ਉੱਥੇ ਅਮਰੀਕਾ 'ਚ? ਮੈਂ ਐਕਚੁਅਲੀ ਆਰਟਿਸਟ ਹਾਂ, ਪਹਿਲੇ ਤਾਂ ਆਪਣੇ ਸ਼ੌਂਕ ਨਾਲ ਸਟਾਰਟ ਕੀਤਾ ਸੀ, ਤੇ ਫਿਰ ਆਪਣੇ ਆਪ ਪ੍ਰੈਕਟਿਸ ਕਰਕੇ ਇਹ ਲੈਵਲ 'ਤੇ ਪਹੁੰਚ ਗਈ ਕਿ ਪ੍ਰੋਫੈਸ਼ਨਲ ਆਰਟਿਸਟ ਆ। ਪੋਰਟਰੇਟਸ ਦੇ ਆਰਡਰ ਆਉਂਦੇ ਨੇ, ਸਿੱਖ ਗੁਰੂ ਦੀ ਪੇਂਟਿੰਗ ਬੜੇ ਦਿਲ ਤੋਂ ਕਰਦੀ ਹਾਂ, ਸ਼ੌਂਕ ਨਾਲ ਕਰਦੀ ਹਾਂ। ਅਤੇ ਪਿੱਛੇ ਵੀ ਕਿਸੇ ਦੇ ਘਰ ਵਾਸਤੇ ਮੈਂ ਤਿਆਰ ਕਰ ਰਹੀ ਸੀ ਪ੍ਰੋਫੈਸ਼ਨਲੀ, ਜਿਵੇਂ ਹੁੰਦਾ ਆਰਡਰ ਹੁੰਦਾ। ਅਤੇ ਮੈਨੂੰ ਕਿਸੇ ਦਾ ਫੋਨ ਆਇਆ ਇੱਥੋਂ ਲੋਕਲੀ ਕਿ ਸਾਨੂੰ ਦੀਪਿਕਾ ਪਾਦੂਕੋਣ ਦੀ ਪੇਂਟਿੰਗ ਚਾਹੀਦੀ 6 ਫੀਟ ਬਾਈ 4 ਫੀਟ। ਅਤੇ ਐਕਚੁਅਲੀ ਮੈਂ ਬਿਜ਼ੀ ਸੀ, ਮੇਰੇ ਕੋਲ ਅੱਗੇ ਹੋਰ ਕੰਮ ਸੀ, ਅਤੇ ਉਹਨਾਂ ਨੂੰ ਚਾਹੀਦੇ ਸੀ 20 ਦਿਨ ਵਿੱਚ। ਪਹਿਲੇ ਤਾਂ ਮੈਂ ਮਨਾ ਕਰ ਦਿੱਤਾ, ਮੈਂ ਕਿਹਾ ਦੀਪਿਕਾ ਪਾਦੂਕੋਣ ਦੀ ਕਿਉਂ ਬਣਵਾ ਰਹੇ ਨੇ, ਮੈਨੂੰ ਕੋਈ ਗੁਰੂ ਸਾਹਿਬ ਜੀ ਦੀ ਕਹਿੰਦੇ, ਅਤੇ ਮੈਂ ਸਭ ਆਰਡਰ ਛੱਡ ਕੇ ਪਹਿਲਾਂ ਗੁਰੂ ਦੀ ਬਣਾਉਣੀ ਸੀ। ਅਤੇ ਫਿਰ ਵੀ ਮੈਂ ਉਹਨਾਂ ਮਨਾ ਕਰਕੇ ਮੈਂ ਸ਼ਾਮ ਤੱਕ ਸੋਚਦੀ ਰਹੀ, ਪਰੇਸ਼ਾਨ ਰਹੀ ਕਿ ਮੈਂ ਮਨਾ ਕਰਤਾ।
ਤੇ ਉੱਤੋਂ ਰੱਬ ਵੱਲੋਂ ਹੀ ਸ਼ਾਮੀ ਮੇਰੀ ਸਿਸਟਰ ਲੁਧਿਆਣੇ ਹੁੰਦੇ ਨੇ, ਛੋਟੇ ਨੇ 10 ਸਾਲ, ਤੇ ਉਹਨਾਂ ਦਾ ਫੋਨ ਆ ਗਿਆ ਤੇ ਗੱਲਾਂ 'ਚ ਕਹਿੰਦੇ ਦੀਦੀ ਤੁਸੀਂ ਬੜੇ ਮੂਡ ਆਫ ਜਿਹਾ ਲੱਗ ਰਿਹਾ ਤੁਹਾਡਾ। ਮੈਂ ਕਿਹਾ ਰਿਚਾ ਅੱਜ ਨਾ ਮੈਨੂੰ ਸਵੇਰੇ ਪੋਰਟਰੇਟ ਦਾ ਆਰਡਰ ਆਇਆ ਤੇ ਦੀਪਿਕਾ ਪਾਦੂਕੋਣ ਦੀ ਪੇਂਟਿੰਗ ਬਣਾਉਣੀ ਹੈ ਤੇ ਲੈਂਡਸਕੇਪਸ ਤੇ ਬਣਾਏ ਹੋਏ ਨੇ, ਅਸੀਂ ਗਰੂਜ਼ੇ ਬਣਾਏ ਹੋਏ ਨੇ, ਪੋਰਟਰੇਟਸ ਬਣਾਉਂਦੇ ਅਸੀਂ ਨੋਰਮਲ। ਤੇ ਕਹਿੰਦੀ ਦੀਦੀ ਇੱਕ ਗੱਲ ਕਵਾਂ। ਮੈਂ ਕਿਹਾ ਮੈਂ ਉਹਨੂੰ ਮਨਾ ਕਰਤਾ ਸੀ। ਕਹਿੰਦੀ ਦੀਦੀ ਗੱਲ ਕਵਾਂ, ਜ਼ਿੰਦਗੀ ਵਿੱਚ ਪੋਰਟਰੇਟ ਕੋਈ ਵੀ ਆਰਡਰ ਕਿਸੇ ਤਰ੍ਹਾਂ ਦਾ ਆਰਡਰ ਆਏ ਨਾ ਮਨਾ ਨਹੀਂ ਕਰਨਾ, ਦਿਨ ਰਾਤ ਜਾਗ ਲਾਂਗੇ ਆਪਾਂ, ਇਕੱਠੇ ਮਿਲ ਕੇ ਤਿਆਰ ਖੜਾਂਗੇ, ਮੈਂ ਤੁਹਾਡੇ ਬੈਕ ਤੇ ਖੜੀ ਹਾਂ, ਜਿੰਨਾ ਤੁਹਾਡੇ ਕੋਲ ਹੋ ਜਾਏਗਾ ਠੀਕ ਹੈ, ਸਭ ਮਿਲ ਕੇ ਬਣਾਵਾਂਗੇ। ਉਹਦੀ ਗੱਲ ਸੀ ਤੇ ਮੈਨੂੰ ਹੌਸਲਾ ਆਇਆ ਤੇ ਨਾਲ ਹੀ ਉਹਨਾਂ ਨੇ ਵਾਪਸੀ ਕਾਲ ਕੀਤੀ। ਮੈਂ ਕਿਹਾ ਹਾਂਜੀ ਦੱਸੋ ਤੁਸੀਂ, ਮੈਂ ਜਲਦਬਾਜ਼ੀ ਤੁਹਾਨੂੰ ਨਾ ਕਰਤਾ, ਹੁਣ ਮੈਂ ਸੋਚਿਆ ਤੇ ਮੈਨੂੰ ਡਿਟੇਲਸ ਦਿਓ। ਫਿਰ ਗੱਲਾਂ 'ਚ ਉਹਨੂੰ ਪਤਾ ਲੱਗਿਆ ਉਹਨਾਂ ਦਾ ਭਰਾ ਹੁੰਦੇ ਅਮਰੀਕਾ ਲਾਸ ਐਂਜਲਸ, ਉਹਨਾਂ ਨੂੰ ਇੰਡੀਅਨ ਰੈਸਟੋਰੈਂਟ ਖੋਲ੍ਹਣਾ ਹੈ ਦੀਵਾਨੀ ਮਸਤਾਨੀ, ਤੇ ਉਹਦੇ ਬਾਹਰ ਉਹਨਾਂ ਨੇ ਲਗਾਉਣੀ ਹੈ ਤੇ 1 ਜੂਨ ਨੂੰ ਉਹਦੀ ਓਪਨਿੰਗ ਹੈ। ਤੇ ਮੈਂ ਸੋਚਿਆ ਮੈਂ ਕਿਹਾ ਹਾਂਜੀ ਮੈਂ ਤਿਆਰ ਕਰ ਦਾਂਗੀ ਤੁਹਾਡੇ 20 ਦਿਨ ਵਿੱਚ। ਮੈਨੂੰ ਨਹੀਂ ਪਤਾ ਸੀ ਮੈਂ ਕਿਵੇਂ ਬਣਾਉਣੀ ਹੈ ਕਿਵੇਂ ਕਰਨੀ ਹੈ, ਮੈਂ ਹਾਂ ਤੇ ਬੋਲ ਦਿੱਤੀ। ਤੇ ਬਾਕੀ ਤੁਸੀਂ 20 ਦਿਨਾਂ ਦੇ ਵਿੱਚ ਬਣਾਈ ਹੈ, ਮੈਨੂੰ ਤਾਂ ਵੇਖ ਕੇ ਲੱਗਿਆ ਸੀਗਾ ਇਹਨੂੰ ਕਈ ਮਹੀਨੇ ਲੱਗੇ ਹੋਣਗੇ। 20 ਦਿਨਾਂ, ਕਈ ਰਾਤਾਂ, ਕਈ ਘੰਟੇ। ਜੇ ਮੈਨੂੰ ਕੋਈ ਪੁੱਛੇ ਨਾ ਦਿਨ 'ਚ ਕਿੰਨੇ ਘੰਟੇ, ਐਜ਼ ਐਨ ਆਰਟਿਸਟ ਮੈਨੂੰ ਨਹੀਂ ਹਿਸਾਬ ਰਹਿੰਦਾ ਸੀ ਕਿੰਨੇ ਘੰਟੇ ਨੇ ਦਿਨ ਨੇ ਕਿ ਰਾਤ ਤੇ ਕਿ ਸ਼ਾਮ ਮੇ। ਮੈਨੂੰ ਕੋਈ ਪੁੱਛੇ ਕਿੰਨੇ ਘੰਟੇ ਲੱਗੇ, ਮੈਂ ਤਾਂ ਦੁਪਹਿਰੀ ਸ਼ੁਰੂ ਹੁੰਦੀ ਸੀ, ਅੱਧੀ ਰਾਤ ਖਤਮ ਹੁੰਦੀ ਸੀ, ਮਤਲਬ ਮੈਂ ਘੰਟੇ ਤਾਂ ਰੱਖਿਆ ਹੀ ਨਹੀਂ, ਵੇਰਵਾ ਹੀ ਨਹੀਂ ਰੱਖਿਆ ਸੀ। ਤੇ ਇਹੀ ਹੋਇਆ ਜਿੰਨੇ ਟਾਈਮ ਮੈਂ ਲਗਾਇਆ ਉਨੀ ਮਿਹਨਤ ਮੇਰੀ ਭੈਣ ਨੇ ਕੀਤੀ, ਛੋਟੀ ਭੈਣ ਨੇ, ਹਾਲਾਂਕਿ ਉਹਦਾ ਬੱਚਾ ਛੋਟਾ ਹੈ, ਤੇ ਫਿਰ ਵੀ ਉਸ ਕੁੜੀ ਨੇ ਉੱਤੇ ਜਾਨ ਪਾਈ ਪੇਂਟਿੰਗ ਵਿੱਚ। ਤੇ ਜਾਨ ਤਾਂ ਤੁਸੀਂ ਵਾਕਈ ਇਸ ਪੇਂਟਿੰਗ ਦੇ ਵਿੱਚ ਪਾਈ ਹੋਈ ਆ। ਜੇ ਮੈਂ ਇਹਦੇ ਵਿੱਚ ਰੰਗਾਂ ਦੀ ਗੱਲ ਕਰਾਂ, ਇਹਦੇ ਵਿੱਚ ਤੁਸੀਂ ਸੋਨੇ ਦੇ ਨਾਲ ਵੀ ਮੀਨਾਕਾਰੀ ਕੀਤੀ ਆ, ਹੋਰ ਕਿਹੜੀਆਂ ਟੈਕਨੀਕਸ ਜਾਂ ਕਿਹੜੀਆਂ ਚੀਜ਼ਾਂ ਵਰਤੀਆਂ ਨੇ ਇਹਦੇ ਵਿੱਚ? ਜਿਹੜੇ ਕਲਾਕਾਰ ਹੁੰਦੇ ਨੇ, ਪੇਂਟਿੰਗ ਦੇ ਹੁੰਦੇ ਨੇ ਮਹਾਰਥੀ, ਸਭ ਨੂੰ ਪਤਾ ਹੈ ਹਰ ਇਨਸਾਨ ਦੀ ਆਪਣਾ ਹੱਥ ਦੀ ਟੈਕਨੀਕ ਹੁੰਦੀ ਹੈ। ਤੇ ਇਹਦੇ 'ਚ ਵੀ ਅਸੀਂ ਨਾ ਡਿਫਰੈਂਟ ਸਟਾਈਲ ਤਿਆਰ ਕੀਤਾ। ਇਹਨੂੰ ਕਹਿੰਦੇ ਨੇ, ਇੱਕ ਤਾਂ ਹੁੰਦੀ ਰੀਅਲਿਸਟਿਕ ਆਰਟ ਜਿਹੜੀ ਅਸੀਂ ਲੋਕ ਪੋਰਟਰੇਟਸ ਵਿੱਚ ਬਣਾਉਂਦੇ ਕਿ ਲੋਕ ਸੇਮ ਸ਼ਕਲ ਮਿਲੇ, ਇੱਕ ਹੁੰਦੀ ਹਾਈਪਰ ਰੀਅਲਿਸਟਿਕ ਆਰਟ ਕਿ ਬਿਲਕੁਲ ਬਾਹਰ ਨੂੰ ਆਏ ਪੇਂਟਿੰਗ, ਤੇ ਅਸੀਂ ਉਹ ਟੈਕਨੀਕ ਯੂਜ਼ ਕੀਤੀ ਹੈ। ਤੇ ਉਹਦੇ 'ਚ ਕਿਸੇ 5 ਲੇਅਰ ਨਾਲ ਪੇਂਟਿੰਗ ਤਿਆਰ ਕੀਤੀ। ਪਹਿਲੀ ਲੇਅਰ ਪਤਲੀ ਮੈਂ ਮਾਰੀ, ਉਹਨੂੰ ਸੁਕਾਇਆ, ਫਿਰ ਦੂਸਰੀ ਮਾਰੀ, ਫਿਰ ਨਾਲ ਮੈਂ ਵੀਡੀਓ ਕਾਲ ਭੈਣ ਦਾ ਨਾਲ ਲੁਧਿਆਣੇ ਹੁੰਦੇ ਨੇ, ਤੇ ਫਿਰ ਤੀਸਰੀ ਲੇਅਰ ਬਾਅਦ ਨਾ ਮੇਰੀ ਬੱਸ ਹੋ ਗਈ ਤੇ ਕਹਿੰਦੀ ਕੋਈ ਨਹੀਂ ਦੀਦੀ ਮੇਰੇ ਕੋਲ ਭੇਜੋ ਲੁਧਿਆਣੇ। ਤੇ ਮੈਂ ਕਿਹਾ ਭੇਜਦੀ ਹਾਂ ਚੱਲ। ਦੀਪਿਕਾ ਨੂੰ ਮੈਂ ਕਾਰ 'ਚ ਪਿੱਛੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਦੀਪਿਕਾ ਜੀ ਪੂਰੇ ਨਾਲ ਕਾਰ 'ਚ ਫਿਰ ਮੈਂ ਟੈਂਪੂ ਕੀਤਾ। ਟੈਂਪੂ ਮੈਂ ਕਿਹਾ ਛੱਤ ਵਾਲਾ ਕਰਨਾ, GT ਰੋਡ ਤੇ ਕਹਿੰਦਾ ਕੀ ਜਾਂਦਾ ਪਿਆ ਰਸਤੇ ਵਿੱਚ। ਤੇ ਫਿਰ ਟੈਂਪੂ ਕਰਕੇ ਉਹਦੇ ਘਰ ਪਹੁੰਚੀ ਤੇ ਉਹ ਕੁੜੀ ਨੇ ਚੌਥੀ ਲੇਅਰ ਮਾਰੀ, ਮੈਨੂੰ ਵੀਡੀਓ ਕਾਲ ਕੀਤੀ। 5ਵੀਂ ਲੇਅਰ ਤੋਂ ਬਾਅਦ ਮੈਂ ਕਿਹਾ ਹੋਏ ਰਿਚਾ ਤੇ ਜਾਨ ਪਾ ਦਿੱਤੀ ਤੂੰ। ਫਿਰ ਉਹਨੇ ਮੈਨੂੰ ਬੁਲਾਇਆ, ਫਿਰ ਅਸੀਂ ਇਕੱਠੇ ਮਿਲ ਕੇ ਜੂਲਰੀ ਮੀਨਾਕਾਰੀ ਜਿਹੜੀ ਗੋਲਡ ਦੀ ਪੱਤਰਾ ਇਕੱਠੇ ਮਿਲ ਕੇ ਅਸੀਂ ਰਲ ਕੇ ਕੀਤੀ। ਅੱਛਾ, ਇਹਦੇ ਵਿੱਚ ਫਿਰ ਗੋਲਡ ਦੇ ਜ਼ਰੂਰੀ ਸੀਗਾ ਕਰਨੀ ਕਿ ਜਾਂ ਫਿਰ ਇਹ ਤੁਹਾਡਾ ਆਪਣਾ ਇੱਕ ਆਰਟ ਸੀਗਾ ਕਿ ਅਸੀਂ ਗੋਲਡ ਦੇ ਨਾਲ ਇਹਨੂੰ ਤਿਆਰ ਕਰੀਏ? ਜਿਨ੍ਹਾਂ ਨੇ ਪੇਂਟਿੰਗ ਬਣਵਾਈ ਸੀ ਉਹ ਕਹਿੰਦੇ ਸੀ ਅਸੀਂ ਜਿੱਥੇ ਲਗਾਉਣੀ ਨਾ ਉੱਥੇ ਅਸੀਂ ਇੰਡੀਅਨਸ ਨੂੰ ਅਟਰੈਕਟ ਕਰਨਾ ਹੈ। ਇੰਡੀਅਨਸ ਫੋਰਨ ਕੰਟਰੀ 'ਚ NRI ਕਿਵੇਂ ਅਟਰੈਕਟ ਹੁੰਦੇ ਨੇ ਕਿਸੇ ਰੈਸਟੋਰੈਂਟ ਨਾਲ, ਜੋ ਦੇਖਦੇ ਨੇ ਇੰਡੀਅਨ ਕਲਚਰ ਦੇਖਦੇ ਨੇ, ਇੰਡੀਅਨ ਜਿਊਲਰੀ ਦੇਖਦੇ ਨੇ, ਇੰਡੀਅਨ ਡਰੈਸਿਸ ਦੇਖਦੇ ਨੇ, ਉਸ ਅਟਰੈਕਟ ਹੁੰਦੇ ਨੇ। ਤੇ ਉਹਨਾਂ ਨੇ ਵੈਸੇ ਹੀ ਮੈਂਸ਼ਨ ਕੀਤਾ ਸੀ ਕਿ ਸਾਨੂੰ ਗੋਲਡ ਹਾਈ ਜਿੱਥੇ ਹੈਗਾ ਉਹ ਤੋਂ ਹਾਈਲਾਈਟ ਚਾਹੀਦਾ। ਇਹ ਫਿਰ ਮੇਰੀ ਭੈਣ ਦਾ ਦਿਮਾਗ ਚੱਲਿਆ, ਕਹਿੰਦੇ ਚੱਲ ਅੱਜ ਜੂਲਰ 'ਤੇ ਚੱਲੀਏ। ਇੱਕ ਤਾਂ ਨੋਰਮਲ ਸਟੇਸ਼ਨਰੀ ਕੋਲ ਮਿਲਦਾ, ਉਹ ਨਹੀਂ, ਕਹਿੰਦੀ ਆਪਾਂ ਉੱਥੇ ਜੂਲਰ ਜਾ ਕੇ ਪਤਾ ਕਰਦੇ ਹਾਂ। ਤੇ ਉਹੀ ਗੋਲਡ ਪੱਥਰਾ ਆਉਂਦਾ, ਬਿਲਕੁਲ ਪੱਥਰਾ, ਤਾਂ ਕਿ ਉਹਨੂੰ ਪੱਖਾ ਬੰਦ ਕਰ ਤਾਂ ਹੀ ਉਸਨੂੰ ਚੁੱਕ ਸਕਦੇ ਹਾਂ, ਹੱਥ ਨਾਲ ਚੁੱਕ ਜਾਂਦਾ। ਉਹ ਵੀ ਬਹੁਤ ਵੱਡਾ ਇੱਕ ਚੈਲੰਜ ਸੀ, ਮੇਰੇ ਤਾਂ ਹੱਥ ਕੰਬ ਰਹੇ ਸੀ। ਫਿਰ ਮੇਰੀ ਸਿਸਟਰ ਨੇ ਉਹ ਕੀਤੀ, ਹੈਲਪ ਕੀਤੀ, ਤੇ ਫਿਰ ਅਸੀਂ ਉਹਨੂੰ ਬਿਲਕੁਲ ਬਰੀਕ ਮੀਨਾਕਾਰੀ, ਉਹ ਵੀ ਗਲੂ ਸਪੈਸ਼ਲ ਆਉਂਦੀ ਜਿਹਨੂੰ ਚਿਪਕਾਣੀ ਹੁੰਦੀ ਹੈ। ਵੈਸੇ ਤੁਹਾਡੀ ਇਮਾਨਦਾਰੀ, ਨਹੀਂ ਤੇ ਗੋਲਡ ਪੇਪਰ ਤਾਂ ਆਮ ਵੀ ਕਿਤਾਬਾਂ ਵਾਲੀ ਦੁਕਾਨ ਤੋਂ ਮਿਲ ਜਾਂਦਾ। ਨਹੀਂ, ਅਸੀਂ ਜਿਵੇਂ ਪੇਂਟਿੰਗ ਸਾਰੇ ਕਹਿੰਦੇ ਜਾਨ ਪਈ ਕਿਉਂਕਿ ਅਸੀਂ ਜਾਨ ਲਗਾਈ ਹੈ। ਹਰ ਚੀਜ਼ ਅਸੀਂ ਜੇ ਕਿਧਰੋਂ ਕਮੀ ਨਾ ਪਏ, ਕਿਧਰੋਂ ਵੀ ਨਾ ਹੋਏ, ਫਿਰ ਵੀ ਪੇਂਟਿੰਗ ਬਣ ਕੇ ਵੀ ਆਏਗੀ ਤਾਂ ਵੀ ਸੋਚਦੇ ਹਾਂ ਬਿਲਕੁਲ ਠੀਕ ਹੈ। ਟਰਸਟ ਸੀਗਾ ਆਪਣੇ ਆਪ 'ਤੇ। ਪਰ ਤਸੱਲੀ ਉਦੋਂ ਹੋਈ ਜਦੋਂ ਜਿਨ੍ਹਾਂ ਨੇ ਪੇਂਟਿੰਗ ਬਣਵਾਈ ਸੀ ਉਹਨਾਂ ਨੂੰ ਮੈਂ ਸੋਚਿਆ ਪਹਿਲਾਂ ਫੋਟੋਗ੍ਰਾਫ ਭੇਜਦੀ ਹਾਂ। ਤੇ ਮੈਂ ਕਿਹਾ ਨਹੀਂ, ਫੋਟੋਗ੍ਰਾਫ ਨਹੀਂ ਭੇਜਣੀ, ਇੰਨੀ ਮਿਹਨਤ ਫੋਟੋ 'ਚ ਨਹੀਂ ਸਮਾਏਗੀ। ਤੇ ਫਿਰ ਉਹਨਾਂ ਨੂੰ ਮੈਂ ਘਰ ਬੁਲਾਇਆ ਸ਼ਾਮੀ ਚਾਹ 'ਤੇ, ਸ਼ਾਮੀ 6 ਵਜੇ। ਜਦ ਤੱਕ ਉਹ ਆਏ ਨਹੀਂ ਤੇ ਮੈਨੂੰ ਸੀਗਾ ਤੇ ਫਿਰ ਉਹ ਆਏ, ਬੈਠੇ, ਤੇ ਇੱਕਦਮ ਤੋਂ ਸ਼ੌਕ ਹੋ ਗਏ ਤੇ ਮੂੰਹੋਂ ਕੁਛ ਨਹੀਂ ਬੋਲੇ। ਫਿਰ ਉਹਨਾਂ ਨੇ ਆਪਣੇ ਭਰਾ ਨੂੰ ਅਮਰੀਕਾ ਕਾਲ ਲਗਾਈ, ਵੀਡੀਓ ਕਾਲ। ਇੱਥੇ ਸ਼ਾਮੀ 6 ਵਜੇ ਉਹਦੇ ਦਿਨ ਦਾ ਟਾਈਮ ਹੋਣਾ, ਤੇ ਉਹ ਵੀ ਬਹੁਤ ਹੈਰਾਨ ਹੋਏ, ਔਸਮ ਹੀ ਬਹੁਤ ਐਪਰੀਸ਼ੀਏਟ ਕੀਤਾ ਉਹਨੇ, ਕਹਿੰਦੇ ਵਾਕਈ ਰੀਅਲ ਲੱਗ ਰਹੀ ਹੈ। ਤੇ ਉਦੋਂ ਸਭ ਮਿਹਨਤ ਲੱਗਦਾ ਕਿ ਹਾਂ ਮਿਹਨਤ ਦਾ ਫਲ ਮਿਲ ਗਿਆ। ਤੇ ਫਿਰ ਉਹਨਾਂ ਨੇ ਆਫਰ ਵੀ ਕੀਤੀ ਕਿ ਸਾਡਾ ਹੋਰ ਰਾਜਸਥਾਨ ਰੈਸਟੋਰੈਂਟ ਬਣੇਗਾ ਤੇ ਉਹਦੇ ਵਾਸਤੇ ਤੁਹਾਨੂੰ ਹੋਰ ਦੇਵਾਂਗੇ।
ਤੇ ਫਿਰ ਲੱਗਦਾ ਕਿ ਹਾਂ ਜਿੰਨੀ ਮਿਹਨਤ ਪਾਈ ਸੀ ਸਭ ਮਿਹਨਤ ਦਾ ਫਲ। ਜਿਹੜੇ ਤੁਸੀਂ ਇਸ ਪੇਂਟਿੰਗ ਦੇ ਵਿੱਚ ਜਿਵੇਂ ਕੱਪੜੇ ਆ ਉਹਦਾ ਲਹਿੰਗਾ ਵਗੈਰਾ ਜੋ ਵੀ ਹੈਗਾ, ਇਹ ਫਿਰ ਤੁਸੀਂ ਕਲਰ ਨਾਰਮਲ ਯੂਜ਼ ਕੀਤੇ ਕਿ ਜਾਂ ਕਲਰਸ ਦੇ ਵਿੱਚ ਵੀ ਵੈਰਾਈਟੀਜ਼ ਆਉਂਦੀਆਂ ਨੇ ਜਿਹੜੇ ਤੁਸੀਂ ਇਹ ਯੂਜ਼ ਕੀਤੇ ਨੇ? ਦੇਖੋ ਕਲਰਸ ਨਾਰਮਲ ਹੀ ਹੁੰਦੇ ਨੇ, ਆਇਲ ਪੇਂਟਸ ਦੇ ਡਿਫਰੈਂਟ ਬ੍ਰਾਂਡਸ ਹੁੰਦੇ ਨੇ, ਪਰ ਕਲਰ ਕਿਵੇਂ ਯੂਜ਼ ਕਰਨਾ, ਕਿਵੇਂ ਅਸੀਂ ਇੱਕ ਲੇਮੈਨ ਜੋ ਕਾਮਨ ਆਦਮੀ ਜੋ ਨਾਰਮਲ ਪੇਂਟਿੰਗ ਨਹੀਂ ਕਰਦਾ ਉਹ ਸੋਚਦਾ ਹੈ ਹਰ ਬੰਦੇ ਦਾ ਸਕਿਨ ਕਲਰ ਇੱਕ ਸਕਿਨ ਕਲਰ ਹੁੰਦਾ ਹੈ ਸੇਮ। ਪਰ ਜਦੋਂ ਅਸੀਂ ਫੇਸਿਸ ਵੀ ਕਰਦੇ ਆ ਨਾ, ਅਸੀਂ ਪਹਿਲਾਂ ਅੰਡਰ ਪੇਂਟਿੰਗ ਕਰਨੇ ਆ, ਨੀਚੇ ਪਤਲੀ ਲੈ ਲਗਾਉਣੀ, ਕਿੱਥੇ ਨੀਲਾ ਹੈ, ਕਿੱਥੇ ਹਰਾ ਹੈ, ਕਿੱਥੇ ਗੁਲਾਬੀ ਹੈ, ਕਿੱਥੇ ਮੋਵ ਕਲਰ ਹੈ। ਹਰ ਇਨਸਾਨ ਦੇ ਨੀਚੇ ਡਿਫਰੈਂਟ ਰੰਗ ਦੀ ਪਰਤਾਂ ਨੇ, ਉਹਨੂੰ ਫਿਰ ਬਿਲਕੁਲ ਬਰੀਕ ਪਤਲੀ ਲਾਈਦੇ, ਫਿਰ ਉੱਤੇ ਫਿਰ ਸਕਿਨ ਕਲਰ ਲਗਾਈਦਾ। ਹਰ ਇਨਸਾਨ ਦਾ ਕਲਰ ਸਕਿਨ ਦਾ ਸੇਮ ਨਹੀਂ ਹੈ, ਤੇ ਅਸੀਂ ਇਹ ਚੀਜ਼ਾਂ ਧਿਆਨ ਕਰਨੀਆਂ ਹੁੰਦੀਆਂ ਹਰ ਆਰਟਿਸਟ ਨੂੰ ਕਿ ਜਿੱਥੇ ਜਿੱਥੇ ਰੰਗ ਜਿੱਥੇ ਰਿਫਲੈਕਟ ਹੋ ਰਿਹਾ, ਜਿਵੇਂ ਤੁਸੀਂ ਇੱਥੇ ਮੇਰੇ ਵੱਲ ਦੇਖਿਆ, ਇੱਥੇ ਤੁਹਾਡਾ ਹਰਾ ਰੰਗ ਰਿਫਲੈਕਟ ਹੋਇਆ, ਮਤਲਬ ਹਰ ਫੇਸ ਤੇ ਕੋਈ ਰੰਗ ਰਿਫਲੈਕਟ ਹੁੰਦਾ, ਉਹ ਚੀਜ਼ਾਂ ਅਸੀਂ ਰੰਗ ਨੂੰ ਬਾਹਰ ਲੈ ਕੇ ਆਈਦੀ ਹੈ। ਕਲਰਸ ਜਿਹੜੇ ਮਰਜ਼ੀ ਯੂਜ਼ ਕਰ ਲਓ, ਪਰ ਟੈਕਨੀਕ ਹੁੰਦੀ ਹੈ ਕਲਰਸ ਯੂਜ਼ ਕਰਨ ਦੀ। ਇਸ ਤਰੀਕੇ ਦੀ ਪੇਂਟਿੰਗ ਤੁਸੀਂ ਪਹਿਲੀ ਵਾਰੀ ਬਣਾਈ ਕਿ ਜਾਂ ਪਹਿਲਾਂ ਸੀਗਾ ਤੁਹਾਡੇ ਕੋਲ ਐਕਸਪੀਰੀਅੰਸ? ਦੇਖੋ ਪੋਰਟਰੇਟਸ ਦੇ ਆਰਡਰ ਆਉਂਦੇ, ਮੈਨੂੰ ਪੋਰਟਰੇਟਸ ਫੇਸਿਸ ਬਣਾਉਣਾ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਪੋਰਟਰੇਟ ਬਣਾਉਣਾ ਇੱਕ ਚੈਲੰਜ ਹੁੰਦਾ ਹੈ। ਆਰਟ ਤਾਂ ਹੁੰਦੀ ਹੈ, ਆਰਟ ਮੈਂ ਹਰ ਪ੍ਰਕਾਰ ਦੀ ਕਰਦੀ ਹਾਂ, ਮੈਂ ਐਬਸਟ੍ਰੈਕਟ ਆਰਟ ਕੀਤੀ ਹੈ, ਮੈਂ ਲੈਂਡਸਕੇਪਸ ਬਣਾਉਂਦੇ ਹਾਂ, ਮੈਂ ਰੋਮਾਂਟਿਕ ਆਰਟ, ਮੈਂ ਸਿੱਖ ਗੁਰੂਜ਼ ਦੀ ਆਰਟ ਕੀਤੀ ਹੈ, ਮੈਨੂੰ ਜਿਹੜੀ ਮੇਰੀ ਫੇਵਰੇਟ ਹੈ, ਤੇ ਉਹਦੇ ਮੈਨੂੰ ਆਰਡਰਸ ਆਉਂਦੇ ਨੇ, ਤੇ ਪੋਰਟਰੇਟਸ ਆਉਂਦੇ ਨੇ, ਕਪਲ ਪੋਰਟਰੇਟਸ ਆਉਂਦੇ ਨੇ, ਈਵਨ ਜਿਵੇਂ ਘਰ ਦਾ ਕੋਈ ਬਜ਼ੁਰਗ ਗੁਜ਼ਰ ਗਿਆ ਜਾਂ ਉਹਦੇ ਵੀ ਆਉਂਦੇ ਨੇ ਕਿ ਸਾਨੂੰ ਮੈਮੋਰੇਬਲ ਮੈਮੋਰੀ ਵਾਸਤੇ ਚਾਹੀਦੀ ਹੈ। ਇਸ ਤਰ੍ਹਾਂ ਦੇ ਮੈਂ ਬਹੁਤ ਕੀਤੇ ਨੇ, ਪਰ ਜੋ ਇਹ ਆਰਡਰ ਸੀ ਨਾ, ਜੋ ਇਹ ਚੀਜ਼ ਇੱਕ ਤਾਂ ਇਹਦੀ 6 ਫੀਟ ਬਾਈ 4 ਫੀਟ ਇੰਨਾ ਵੱਡੀ ਕਦੀ ਮੈਂ ਤਿਆਰ ਨਹੀਂ ਕੀਤੀ, ਤੇ ਉੱਪਰੋਂ ਇਹਨੂੰ ਅਮਰੀਕਾ ਜਾਣੀ ਹੈ, ਤੈਨੂੰ ਬਿਲਕੁਲ ਹਾਈਪਰ ਰਿਅਲਿਸਟਿਕ ਸ਼ੋ ਕਰਨੀ, ਇਹ ਬਹੁਤ ਵੱਡਾ ਚੈਲੰਜ ਸੀ ਮੇਰੇ ਵਾਸਤੇ, ਜੋ ਕਿ ਮੈਂ ਆਪਣੀ ਸਿਸਟਰ ਦੀ ਓਨੈਸਟਲੀ ਗਾਈਡੈਂਸ ਨਾਲ ਕੀਤੀ, ਜਿਵੇਂ ਲੇਅਰ ਜਿਵੇਂ ਉਹਨੇ ਮੈਨੂੰ ਸਮਝਾਇਆ ਸੀਗਾ, ਤੇ ਇਹੋ ਜਿਹੀ ਆਰਟ ਮੇਰੇ ਪਹਿਲੀ ਵਾਰੀ ਟੂ ਬੀ ਓਨੈਸਟ ਸੀ, ਓਨੈਸਟਲੀ। ਹਾਂਜੀ, ਇਹ ਫਿਰ ਹੁਣ ਜਦੋਂ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਲੱਗਣੀ ਹੈ ਤਾਂ ਫਿਰ ਇੱਕ ਮੈਨੂੰ ਲੱਗਦਾ ਕਿ ਜਿਹੜਾ ਸਕੂਨ ਇੱਕ ਆਰਟਿਸਟ ਨੂੰ ਮਿਲੇਗਾ ਕਿ ਉੱਥੇ ਸਾਰੀ ਦੁਨੀਆ ਉੱਥੇ ਦੇਖੂਗੀ ਅਮਰੀਕਾ ਵਰਗੇ 'ਚ, ਤਾਂ ਮੈਨੂੰ ਲੱਗਦਾ ਵੀ ਜਿੰਨੀ ਤੁਹਾਡੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ, ਇਹ ਪੱਕੀ ਗੱਲ ਹੈ ਕਿ ਦੀਪਿਕਾ ਤੱਕ ਵੀ ਪਹੁੰਚੀ ਹੋਊਗੀ ਤੇ ਜਾਂ ਪਹੁੰਚ ਜਾਊਗੀ ਥੋੜੇ ਕੁ ਦਿਨਾਂ ਤੱਕ। ਇੱਕ ਸਕੂਨ ਤਾਂ ਜ਼ਰੂਰ ਇੱਕ ਕਲਾਕਾਰ ਨੂੰ ਆਉਂਦਾ ਹੋਊਗਾ। ਮੈਨੂੰ ਬਹੁਤ ਇਹ ਨਾ ਤਸੱਲੀ ਹੁੰਦੀ ਕਿ ਇਸ ਜਗ੍ਹਾ ਤੇ ਗਈ ਜੋ ਸੈਂਟਰ ਆਫ ਦਾ ਵਰਲਡ ਅਟਰੈਕਸ਼ਨ ਹੈ, ਉੱਥੇ ਲਾਸ ਐਂਜਲਸ ਵਿੱਚ ਵੈਨਿਸ ਬੀਚ ਕਹਿੰਦੇ, ਜਿੱਥੇ ਸਾਰੇ ਵਰਲਡ ਦੇ ਹਾਲੀਵੁੱਡ ਐਕਟਰਸ ਸਟਾਰਸ ਉੱਥੇ ਲੋਕ ਹੌਲੀਡੇ ਕਰਦੇ ਨੇ, ਤੇ ਕਦੀ ਨਾ ਕਦੀ ਮੈਨੂੰ ਲੱਗਦਾ ਜਹਾਜ਼ ਦਾ ਟੈਗ ਵੀ ਕੀਤੀ ਹੈ, ਕਿਉਂਕਿ ਇੱਥੇ ਵੀ ਜਦੋਂ ਮੈਂ ਪੇਂਟਿੰਗ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਤੇ ਲੋਕੀ ਕਹਿੰਦੇ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਇਹਨੂੰ, ਤੇ ਫਿਰ ਇੱਥੇ 2 ਘੰਟੇ 3 ਘੰਟੇ ਮੈਂ ਰੈਸਟੋਰੈਂਟ ਵਿੱਚ ਲਗਾਈ ਹੈ ਦੀ ਐਗਜ਼ੀਬਿਸ਼ਨ, ਤਾਂ ਕਿ ਲੋਕ ਆ ਕੇ ਦੇਖ ਲੈਣ, ਹੱਥ ਲਗਾ ਕੇ ਦੇਖ ਲੈਣ, ਤੇ ਸਾਰੇ ਆਏ ਨਾਲ, ਬਹੁਤ ਲੋਕ ਇਕੱਠੇ ਹੋ ਗਏ, ਪਿਕਚਰਸ ਖਿਚਾਈਆਂ, ਤੇ ਉਦੋਂ ਹੀ ਤਸੱਲੀ ਮਿਲ ਗਈ ਮੈਂ ਕਿ ਨਹੀਂ ਇਹ ਜਿੱਥੇ ਭੇਜਾਂਗੇ ਤਾਂ ਜ਼ਰੂਰ ਮਿਲੇਗੀ ਐਪਰੀਸੀਏਸ਼ਨ, ਤੇ ਮੈਨੂੰ ਬਲਕਿ ਵੀਜ਼ਾ ਨਾ ਲਗਵਾਉਣਾ ਪਏ, ਸਾਲ 2 ਸਾਲ ਜਾ ਕੇ ਦੇਖ ਕੇ ਆਵਾਂਗੀ। ਜ਼ਰੂਰ ਜਾ ਕੇ ਦੇਖਿਆ ਵੀ ਠੀਕ ਠਾਕ ਸੰਭਾਲ ਕੇ ਰੱਖੀ ਇਹਨਾਂ ਨੇ ਕਿ ਨਹੀਂ। ਹੋਰ ਕੀ, ਔਰ ਦੀਪਿਕਾ ਜਦ ਤੱਕ ਮੇਰੇ ਘਰ ਸੀ, ਐਕਚੁਅਲੀ ਬਣਨ ਤੋਂ ਬਾਅਦ 3 ਦਿਨ ਮੇਰੇ ਘਰ ਰਹੀ, ਜੋ ਪੂਰੀ ਤਿਆਰ ਹੋਣੀ, ਕਿਉਂਕਿ 1 ਜੂਨ ਉਹਨਾਂ ਨੂੰ ਓਪਨਿੰਗ ਕਰਨੀ ਸੀ, ਤੇ ਭੇਜਣ ਵਕਤ ਵੀ ਹਾਏ ਦੀਪਿਕਾ ਚੱਲੀ। ਹਾਂਜੀ, ਮੈਂ ਕਹਿੰਦਾ ਵੀ ਇਦਾਂ ਦੇ ਤੁਸੀਂ ਹੋਰ ਪੋਰਟਰੇਟਸ ਬਣਾਓ, ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚ, ਸਟੇਟ ਦੇ ਵਿੱਚ ਜਾਣ, ਤਾਂ ਕਿਉਂਕਿ ਤੁਹਾਡੀ ਕਲਾਕਾਰੀ ਹੀ ਏਡੀ ਸ਼ਾਨਦਾਰ ਹੈ। ਤੁਸੀਂ ਸਮਾਂ ਦਿੱਤਾ ਮੈਮ, ਧੰਨਵਾਦ ਉਹਦੇ ਲਈ। ਤਾਂ ਇਹ ਨੇ ਕਿਮੀ ਜਨੇਜਾ, ਬੜੇ ਸ਼ਾਨਦਾਰ ਆਰਟਿਸਟ ਨੇ। ਕਹਿੰਦੇ ਕਿ ਇਹ ਵਾਲਾ ਪੋਰਟਰੇਟ ਭਾਵੇਂ ਮੈਂ ਪਹਿਲੀ ਵਾਰੀ ਬਣਾਇਆ, ਪਰ ਐਡਾ ਸ਼ਾਨਦਾਰ ਉਹ ਪੋਰਟਰੇਟ ਬਣਾਇਆ ਕਿ ਐਂ ਲੱਗਿਆ ਕਿ ਜਿਵੇਂ ਇਹਨਾਂ ਨੂੰ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੋਵੇ। ਉਹ ਕੱਲੀ ਪੇਂਟਿੰਗ ਹੀ ਨਹੀਂ, ਬਲਕਿ ਇਸ ਤਰੀਕੇ ਦੀ ਤਸਵੀਰ ਆ ਕਿ ਜੇ ਤੁਸੀਂ ਇਸ ਦੇ ਵੱਲ ਦੇਖੋਗੇ ਤਾਂ ਐਂ ਲੱਗੂਗਾ ਕਿ ਹੁਣੇ ਇਹ ਤਸਵੀਰ ਬੋਲ ਪਵੇਗੀ। ਅਮਰੀਕਾ ਦੇ ਵਿੱਚ ਕਿਮੀ ਜਨੇਜਾ ਹੋਣਾ ਦੀ ਕਲਾਕਾਰੀ ਨੇ ਹੁਣ ਉੱਥੇ ਧੁੰਮਾਂ ਪਾਉਣੀਆਂ ਨੇ। ਉਮੀਦ ਕਰਦੇ ਹਾਂ ਕਿ ਇਸ ਤਰੀਕੇ ਦੀ ਕਲਾਕਾਰੀ ਸਾਰੇ ਪੰਜਾਬ, ਸਾਰੀ ਸਟੇਟ ਦੇ ਵਿੱਚ, ਇੰਡੀਆ ਦੇ ਵਿੱਚ ਤੇ ਪੂਰੇ ਮੁਲਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਕਲਾਕਾਰੀ ਹੈ ਉਹ ਜਾਵੇ। ਤਾਂ ਜ਼ਰੂਰ ਇੱਕ ਗੱਲ ਇਹ ਹੈ ਕਿ ਜਿਹੜੀ ਤਸਵੀਰ ਇਹਨਾਂ ਨੇ ਦੀਪਿਕਾ ਪਾਦੂਕੋਣ ਦੀ ਬਣਾਈ ਹੈ, ਤੇ ਜੇ ਉਹ ਇੱਕ ਵਾਰੀ ਇਹਨਾਂ ਦੀ ਤਸਵੀਰ ਦੀ ਉਹ ਤਾਰੀਫ ਕਰਨ ਤਾਂ ਹੋਰ ਸਭ ਤੋਂ ਜਿਹੜਾ ਵਧੀਆ ਗੱਲ ਹੋਵੇਗੀ ਜੇ ਉਹਨਾਂ ਤੱਕ ਤਸਵੀਰ ਇਹ ਪਹੁੰਚੇਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।